ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਾਲ ਸਾਹਿਬ a very good morning। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਸੋ ਮਚ ਅਰਸ਼। ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ, ਗੁੱਡ ਮਾਰਨਿੰਗ। ਮੇਰੇ ਹਸੀ ਦੇ ਵਿੱਚ ਕਾਫੀ ਕੁਛ ਗੱਲਾਂ ਨਿਕਲ ਗਈਆਂ ਬਿਕਾਜ਼ ਜਦੋਂ ਸਵੇਰੇ ਸਵੇਰੇ ਤੁਹਾਡੀਆਂ ਨਿਊਜ਼ ਜਦੋਂ ਪੜ੍ਹਦੇ ਆ ਉਦੋਂ ਤਾਂ ਫਿਰ ਹੈ ਆਹ ਕੀ ਹੋ ਗਿਆ, ਅੱਛਾ ਇਹ ਸੋ ਰਿਐਕਸ਼ਨ ਇੱਦਾਂ ਦੇ ਮਿਲਦੇ ਆ। ਸੋ ਆਓ ਫਿਰ ਜਿਹੜੇ ਵਿਅਕਤੀ, ਜਿਹੜੀਆਂ ਸਾਡੇ ਬਜ਼ੁਰਗ, ਜਿਹੜੇ ਸਾਡੇ ਬੱਚੇ ਜਾਂ ਐਨੀਵਨ ਦੈਟਸ ਗੋਇੰਗ ਟੂ ਇੰਡੀਆ, ਅੱਜ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਕਿ ਜਿੰਨੇ ਵੀ ਇੰਟਰਨੈਸ਼ਨਲ ਪੈਸੇਂਜਰਸ ਜੋ ਕਿ ਇੰਡੀਆ ਭਾਰਤ ਨੂੰ ਜਾ ਰਹੇ ਨੇ ਉਹਨਾਂ ਨੂੰ 7 ਦਿਨ ਦਾ ਕੁਆਰੰਟੀਨ ਘਰ ਦੇ ਵਿੱਚ ਕਰਨਾ ਪੈਣਾ ਆ। ਇਹ ਜਨਵਰੀ 11 ਤੋਂ ਸ਼ੁਰੂ ਹੋਵੇਗਾ ਤੇ ਇੱਕ ਵਿਸ਼ੇਸ਼ ਕੋਵਿਡ ਟੈਸਟ ਵੀ ਹੋਵੇਗਾ ਤੇ ਵਿਦ ਡੈਕਲੇਰੇਸ਼ਨ ਇਸ ਵਾਰ 8ਵੇਂ ਦਿਨ ਹੋਵੇਗਾ। ਜੌਲ ਸਾਹਿਬ ਇਹ ਤਾਂ ਤੁਸੀਂ ਲੋਕਾਂ ਦੇ ਜ਼ਖਮਾਂ 'ਚ ਲੂਣ ਛਿੜਕਤਾ। ਨਹੀਂ, ਕੋਵਿਡ ਛਿੜਕ ਰਿਹਾ ਜੀ, ਅਸੀਂ ਤਾਂ ਦੱਸ ਰਹੇ ਹਾਂ। ਹਾਂਜੀ, ਕੋਵਿਡ ਛਿੜਕ ਰਿਹਾ ਜਾਂ ਕਹੋ ਕਿ ਸਰਕਾਰਾਂ ਨੂੰ ਇਹ ਫੈਸਲੇ ਲੈ ਰਹੇ ਆ ਵੀ ਇਹਨੂੰ ਹੁਣ ਜ਼ਖਮ ਸਮਝ ਲਓ ਵੀ ਜਾਂ ਆਪਣੀ ਸਾਡੀ ਸਾਰਿਆਂ ਦੀ ਤੁਹਾਡੀ ਵੀ ਜਾਨ ਬਚਾਉਣ ਦੇ ਲਈ ਸਹਾਇਤਾ, ਹੈਲਪ, ਨਸੀਹਤ ਕਹਿ ਲਓ। ਇਹ ਤਾਂ ਹੁਣ ਜਿਵੇਂ ਦੀ ਤਬੀਅਤ ਆ ਉਵੇਂ ਹੀ ਇਸ ਚੀਜ਼ ਨੂੰ ਸਮਝ ਲਿਆ ਜਾ ਸਕਦਾ, ਪਰ ਹੈ ਇਹ ਕਹਿ ਲਓ ਵੀ ਸਲਾਹ ਹੀ ਆ ਕਿਉਂਕਿ ਜਾਨਾਂ ਬਚਾਉਣ ਦੀ ਗੱਲ ਹੈ ਤੇ ਲੂਣ ਛਿੜਕਣ ਵਾਲੀ ਉਹ ਗੱਲ ਹੋ ਸਕਦੀ ਜਿਹੜੀ ਕਿਸੇ ਦੀ ਜਾਨ ਖਤਰੇ ਦੇ ਵਿੱਚ ਹੈ ਜੀ। ਸੋ ਇਸ ਕਰਕੇ ਇਹ ਆ ਜੀ ਵੀ ਤਦ ਕਰਕੇ ਆ ਭੈਣ ਭਰਾ ਕਿਉਂਕਿ ਆਪਾਂ ਨੂੰ ਫੋਨ ਕਰਦੇ ਰਹਿੰਦੇ, ਪੁੱਛਦੇ ਰਹਿੰਦੇ ਕਿਵੇਂ ਜੀ ਕੋਈ ਚੇਂਜ, ਫਿਰ ਅਸੀਂ ਬੇਨਤੀ ਕਰਦੇ ਹੁੰਦੇ ਵੀ ਜਦੋਂ ਵੀ ਕੋਈ ਆਈ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਹੀ ਦੱਸਣੀ ਆ। ਉਹ ਦੱਸਣੀ ਤੁਹਾਡੇ ਫੋਨ ਦੇ ਵਿੱਚ ਆ ਤੇ ਪਰ ਉਹ ਫੋਨ ਦੇ ਵਿੱਚੋਂ ਤੁਹਾਨੂੰ ਪਤਾ ਤਾਂ ਲੱਗਣਾ ਜੇ ਖੋਲ ਕੇ ਉਹਨੂੰ ਪੜ੍ਹਨ ਦੀ ਹਿੰਮਤ ਕਰ ਲਈ ਜਾਵੇਗੀ। ਤੇ ਜੇ ਜਾਣੀ ਕਿ ਉਹੀ ਇਗਨੋਰੈਂਸ ਵਾਲੀ ਤਬੀਅਤ ਰੱਖੀ ਹੋਈ ਹੈ ਤੇ ਕੋਈ ਐਡੀ ਵੱਡੀ ਗੱਲ ਨਹੀਂ ਕਿ ਮੈਨੂੰ ਪਤਾ ਸਭ ਕੁਝ, ਤੇ ਫਿਰ ਚਲੋ ਗੱਲ ਵੱਖਰੀ ਹੈ ਕਿਉਂਕਿ ਸਾਨੂੰ ਫਿਰ ਪਤਾ ਲੱਗ ਜਾਂਦਾ ਜਦੋਂ ਵੱਡੀ ਤਾਦਾਦ ਦੇ ਵਿੱਚ ਭੈਣ ਭਰਾਵਾਂ ਨੂੰ ਦੱਸਿਆ ਗਿਆ ਹੁੰਦਾ ਇੱਕ ਗੱਲ ਨੂੰ ਕਈ ਵਾਰ, ਤੇ ਪਰ ਉਹ ਫੋਨ ਕਰਨਗੇ ਹਫ਼ਤੇ 10 ਦਿਨਾਂ ਬਾਅਦ ਕਿ ਆਹ ਗੱਲ ਏਦਾਂ ਤੇ ਕਿੱਦਾਂ ਜੀ। ਦੱਸੀ ਵੀ 2 ਭਾਸ਼ਾਵਾਂ 'ਚ ਹੁੰਦੀ, ਇੱਕ ਵਾਰੀ ਅੰਗਰੇਜ਼ੀ 'ਚ, ਇੱਕ ਵਾਰੀ ਪੰਜਾਬੀ 'ਚ, ਪਰ ਫਿਰ ਵੀ ਚਲੋ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੋਊਗੀ। ਕੁੱਲ ਮਿਲਾ ਕੇ ਅੱਜ ਹੁਣ ਫਿਰ ਇਹ ਭਾਰਤ ਸਰਕਾਰ ਨੇ ਫੈਸਲਾ ਕੀਤਾ ਜੀ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਹੀ ਦੇਸ਼ਾਂ ਨੂੰ, ਪਹਿਲਾਂ ਤਾਂ ਉਹਨਾਂ ਨੇ ਆਪਣੇ ਕਿਸੇ ਜਿਹੜੇ ਹਾਈ ਰਿਸਕ ਕੰਟਰੀਜ਼ ਦੀ ਲਿਸਟ ਸੀਗੀ, 13 ਦੇਸ਼ ਸੀਗੇ, ਉਹਦੇ ਵਿੱਚ ਅਮਰੀਕਾ, ਕੈਨੇਡਾ ਨਹੀਂ ਸੀਗੇ, ਪਰ ਯੂਰਪ ਦੇ ਦੇਸ਼ ਸੀ। ਪਰ ਹੁਣ ਉਹਦੇ ਵਿੱਚ ਉਹਨਾਂ ਨੇ ਚੇਂਜਿਸ ਲਿਆਂਦੀਆਂ ਤੇ ਨਵੀਂ ਗਾਈਡ ਜਿਹੜੀ ਆ ਜੀ ਰਿਲੀਜ਼ ਕੀਤੀ ਆ। ਉਹਦੇ ਮੁਤਾਬਕ ਇਹ ਆ ਵੀ ਕਿਸੇ ਵੀ ਦੇਸ਼ ਤੋਂ ਭਾਰਤ ਦੇ ਵਿੱਚ ਸੋਮਵਾਰ ਤੋਂ ਜਾਣੀ ਕਿ 11 ਜਨਵਰੀ ਤੋਂ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲੋਕ ਜਿਹੜੇ ਐਂਟਰ ਹੋਣਗੇ ਵੀ ਹਵਾਈ ਜਹਾਜ਼ ਰਾਹੀਂ, ਇੱਦਾਂ ਹੁਣ ਬਾਹਰੋਂ ਸਾਰੇ ਲੋਕ ਜਾਂਦੇ ਆ, ਪਰ ਇਹ ਹੈ ਵੀ ਕਿਸੇ ਪਾਸਿਓਂ ਵੀ ਜਾਣੀ ਸਮੁੰਦਰ ਰਾਹੀਂ, ਪਾਣੀ ਰਾਹੀਂ, ਅੱਛਾ ਰੇਲ ਰਾਹੀਂ, ਆਲੇ ਦੁਆਲੇ ਤੋਂ ਜਿੱਥੋਂ ਵੀ ਕਿਤੋਂ ਵਿਦੇਸ਼ ਤੋਂ ਕਿਸੇ ਵਿਅਕਤੀ ਨੇ ਐਂਟਰ ਹੋਣਾ ਉਹਨੂੰ ਮੈਂਡੇਟੋਰੀ ਜਾਣੀ ਕਿ ਘਰੇ ਜਾ ਕੇ, ਆਪਣੇ ਘਰੇ ਜਾ ਕੇ, ਜਿੱਦਾਂ ਇੱਥੇ ਕੈਨੇਡਾ ਵਿੱਚ ਵੀ ਹੁੰਦਾ ਸੀਗਾ 7 ਦਿਨ ਦਾ ਜਿਹੜਾ ਕੁਆਰੰਟੀਨ ਆ ਵੀ ਸੈਲਫ ਆਈਸੋਲੇਸ਼ਨ, ਇਕਾਂਤਵਾਸ ਉਹ ਕਰਨਾ ਪੈਣਾ ਆ। ਦੂਸਰਾ ਇਹ ਹੈ ਜੀ ਫਿਰ 8ਵੇਂ ਦਿਨ ਜਾਣੀ ਕਿ ਉਹਨਾਂ ਨੂੰ ਆਪਣਾ ਕੋਵਿਡ ਟੈਸਟ ਵੀ ਕਰਾਉਣਾ ਪੈਣਾ। ਉਹ ਕੋਵਿਡ ਟੈਸਟ ਦੀ ਰਿਪੋਰਟ ਜਿਹੜੀ ਆਊਗੀ ਉਹ ਐਪ ਤੇ ਵਿਧੀਵਤ ਤਰੀਕੇ ਦੇ ਨਾਲ ਉਹਨੂੰ ਅਪਲੋਡ ਵੀ ਕਰਨਾ ਪੈਣਾ। ਤੇ ਇਹ ਕਈ ਵਾਰੀ ਹੁੰਦਾ ਵੀ ਆਪਾਂ ਜਾਣੀ ਕਿ ਆਈ ਗਈ ਗੱਲ ਕਰ ਦਿੰਦੇ ਹਾਂ, ਫਿਰ ਉਹ ਇਗਨੋਰੈਂਸ ਵਾਲੀ ਤਬੀਅਤ ਫਿਰ ਐਡੀ ਵੱਡੀ ਕੋਈ ਗੱਲ ਨਹੀਂ, ਕਈ ਵਾਰੀ ਨਕਲੀ ਰਿਪੋਰਟ ਚਾੜ ਦਿੰਦੇ ਆ ਉੱਥੇ। ਜੀ ਬਿਲਕੁਲ ਹੁੰਦਾ ਬਹੁਤ ਵਾਰੀ। ਉਹ ਤਦੇ ਕਰਕੇ ਜਿਹੜਾ ਤੁਸੀਂ ਹੁਣ ਡੈਕਲਾਰੇਸ਼ਨ ਕਿਹਾ ਵੀ ਉਹਨਾਂ ਨੇ ਨਾਲ ਡੈਕਲਾਰੇਸ਼ਨ ਲੈਣਾ, ਇੱਕ ਹਲਫੀਆ ਬਿਆਨ ਲੈਣਾ ਵੀ ਇਹ ਜਿਹੜੀ ਰਿਪੋਰਟ ਅਸੀਂ ਦੇ ਰਹੇ ਹਾਂ ਵਾਕਈ ਅਸੀਂ ਟੈਸਟ ਕਰਾਇਆ ਸੀ ਤੇ ਵਾਕਈ ਮਾਨਤਾ ਪ੍ਰਾਪਤ ਲੈਬੋਰਟਰੀ ਦੀ ਇਹ ਸਹੀ ਰਿਪੋਰਟ ਆ ਜੋ ਸਾਨੂੰ ਮਿਲੀ ਆ। ਜੇ ਉਹ ਰਿਪੋਰਟ ਕੱਲ ਨੂੰ ਗਲਤ ਸਾਬਤ ਹੁੰਦੀ ਆ ਤੇ ਫਿਰ ਉਹਨਾਂ ਨੇ ਨਾਲ ਲਿਖਿਆ ਇਸ ਨਵੀਂ ਗਾਈਡ ਦੇ ਵਿੱਚ ਫਿਰ ਕ੍ਰਿਮੀਨਲ ਕੇਸ ਦਰਜ ਹੋਊਗਾ। ਅੱਛਾ, ਹੁਣ ਕੈਨੇਡੀਅਨ ਕੋਈ ਸਿਟੀਜ਼ਨ ਹੋਵੇ, US ਸਿਟੀਜ਼ਨ ਹੋਵੇ ਤੇ ਇੰਡੀਆ 'ਚ ਜਾ ਕੇ ਕ੍ਰਿਮੀਨਲ ਕੇਸ ਦਰਜ ਹੋ ਜਾਏ ਵੀ ਇਹਨੇ ਜਾਣੀ ਕਿ ਫਾਲਸੀਫਾਈਡ ਡਾਕੂਮੈਂਟ ਇੱਥੇ ਸਬਮਿਟ ਕੀਤਾ, ਤੇ ਪਹਿਲੀ ਤੇ ਗੱਲ ਵੀ ਇਹ ਕਿੱਡੀ ਵੱਡੀ ਸੰਗ ਵਾਲੀ ਗੱਲ ਹੋਊਗੀ ਹਨਾ ਜੀ। ਵੀ ਅਸੀਂ ਕਹਿਣ ਨੂੰ ਜਾਣੀ ਕੈਨੇਡੀਅਨ ਆ ਤੇ ਮਨ ਦੇ ਵਿੱਚ ਦਿਲਾਂ ਦਿਮਾਗਾਂ 'ਚ ਕੂੜ ਬੜਾ ਉਹੀ ਆ, ਉਹ ਕਿਰਦਾਰ ਹੈ ਨਹੀਂ ਜੋ ਇੱਕ ਕੈਨੇਡੀਅਨ ਦਾ ਹੋਣਾ ਚਾਹੀਦਾ, ਇਹ ਸਾਬਤ ਕਰ ਦਊਗੀ ਗੱਲ। ਇਸ ਕਰਕੇ ਵੀ ਹੁਣ ਇਹ ਡੈਕਲਾਰੇਸ਼ਨ ਇਕੱਲੇ ਕੈਨੇਡੀਅਨ ਵਾਸਤੇ ਨਹੀਂ, ਇਕੱਲੇ ਜਾਣੀ ਕਿ ਸਾਰੇ ਦੇਸ਼ਾਂ ਵਾਸਤੇ, ਹਰੇਕ ਵਾਸਤੇ, ਇੰਡੀਅਨ ਵਾਸਤੇ, ਜਿਹੜੇ ਲੋਕ ਉੱਥੇ ਰਹਿੰਦੇ ਉਹਨਾਂ ਵਾਸਤੇ ਵੀ ਇੱਦਾਂ ਹੀ ਆ ਤੇ ਕੋਵਿਡ ਟੈਸਟ ਦੀ ਜਿਹੜੀ ਰਿਪੋਰਟ ਆ ਵਿਦ ਡੈਕਲਾਰੇਸ਼ਨ ਜਿਹੜੀ ਆ ਉਹ ਸਬਮਿਟ ਕਰਨੀ ਹਲਫੀਆ ਬਿਆਨ ਦੇ ਨਾਲ।
ਸੋ ਇਸ ਤਰ੍ਹਾਂ ਜੀ ਵੀ ਇਹ ਕੁਝ ਇੱਕ ਸਖਤੀਆਂ ਜਾਣੀ ਕਿ ਉਹ ਲਿਆਉਣ ਜਾ ਰਹੇ ਨੇ, ਜਿਹੜੇ ਉਹ 13 ਦੇਸ਼ ਨੇ ਜਿਨ੍ਹਾਂ ਦੇ ਵਿੱਚ ਜਾਣੀ ਕਿ ਅਫਰੀਕਾ ਦੇ ਕੁਝ ਦੇਸ਼ ਹੈ, ਯੂਰਪ ਦੇ ਸਾਰੇ ਹੀ ਲਗਭਗ ਦੇਸ਼ ਹੈ, UK ਜਰਮਨੀ ਸਮੇਤ, ਉਹਨਾਂ ਨੂੰ ਜਾਣੀ ਕਿ ਥੋੜਾ ਜ਼ਿਆਦਾ ਸਖਤੀਆਂ ਸਾਹਮਣੇ ਆ ਵੀ ਉੱਥੇ ਏਅਰਪੋਰਟ ਤੇ ਜਾ ਕੇ ਟੈਸਟ ਵੀ ਹੋ ਸਕਦਾ ਹੈ, ਉਹਨਾਂ ਨੂੰ ਫਿਰ ਇੰਸਟੀਟਿਊਸ਼ਨਲ ਕੁਆਰੰਟੀਨ ਕਰਨਾ ਪੈ ਸਕਦਾ, ਜਾਣੀ ਕਿ ਪੋਜ਼ਿਟਿਵ ਹੋਏ ਲੋਕਾਂ ਵਾਸਤੇ ਖੱਜਲ ਖੁਆਰੀ ਬਹੁਤ ਜ਼ਿਆਦੀ ਆ। ਤੇ ਇਹ ਹੁਣ ਮਨ ਚ ਨਾ ਰੱਖਿਆ ਜਾਵੇ ਵੀ ਮੇਰਾ ਇੱਥੇ ਨੈਗੇਟਿਵ ਟੈਸਟ ਸੀ, ਮੈਂ ਤਾਂ ਜੀ ਨੈਗੇਟਿਵ ਲੈ ਕੇ ਜਹਾਜ਼ 'ਚ ਬੈਠਿਆ ਜਾਂ ਬੈਠੀ ਤੇ ਵੀ ਜਹਾਜ਼ ਪਹੁੰਚਣ ਤੋਂ ਬਾਅਦ ਮੈਂ ਪੋਜ਼ਿਟਿਵ ਕਿੱਦਾਂ ਹੋ ਗਈ। ਉਹਦੀ ਐਗਜ਼ਾਮਪਲ ਕੱਲ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਮਿਲ ਗਈ ਸੀ ਨਾ, ਜਦੋਂ 250 ਇੱਕੋ ਹੀ ਜਹਾਜ਼ ਦੇ ਵਿੱਚੋਂ ਨਿਕਲੇ ਸੀ ਪੋਜ਼ਿਟਿਵ ਲੋਕ। ਇਟਲੀ ਤੋਂ ਜਹਾਜ਼ ਪਹੁੰਚਿਆ ਅੰਮ੍ਰਿਤਸਰ, ਉਹਦੇ ਵਿੱਚੋਂ 250 ਲੋਕ ਪੋਜ਼ਿਟਿਵ ਜਿਹੜੇ ਆ ਉਹ ਟੈਸਟ ਤੋਂ ਬਾਅਦ ਨਿਕਲੇ, ਤੇ ਉਹਨਾਂ ਸਾਰਿਆਂ ਦੇ ਕੋਲ ਹੀ ਇਟਲੀ ਤੋਂ ਜਦੋਂ ਬੈਠੇ ਨੈਗੇਟਿਵ ਟੈਸਟ ਸੀਗਾ। ਸੋ ਹੁਣ ਗੱਲ ਤੇ ਉਸ ਮੌਕੇ ਦੀ ਹੋਣੀ ਆ ਵੀ ਮੌਕੇ ਤੇ ਤੁਹਾਡਾ ਜਿਹੜਾ ਟੈਸਟ ਆ ਉਹ ਕੀ ਬੋਲ ਰਿਹਾ। 72 ਘੰਟੇ ਪਹਿਲਾਂ ਤੱਕ ਦੀ ਜਿਹੜੀ ਉਹ ਰਿਪੋਰਟ ਜਹਾਜ਼ 'ਚ ਬੈਠਣ ਤੱਕ ਦੇ ਲਈ ਵੈਲਿਡ ਹੈ। ਪਹੁੰਚ ਕੇ ਜੇ ਤੁਸੀਂ ਨੈਗੇਟਿਵ ਹੀ ਨਹੀਂ ਆ ਤੇ ਉਸ ਰਿਪੋਰਟ ਦਾ ਕੀ ਕਰੀਏ। ਸੋ ਤਦ ਕਰਕੇ ਇਹ ਹੈ ਜੀ ਵੀ ਇਹ ਕੋਵਿਡ ਦੀ ਸਿਚੁਏਸ਼ਨ, ਇਸ ਤਰ੍ਹਾਂ ਦੀਆਂ ਪਾਬੰਦੀਆਂ ਸਿਗਨਲ ਇਹ ਦੇ ਰਹੀਆਂ ਵੀ ਜਿੱਥੇ ਹੈਗੇ ਹੋ ਉੱਥੇ ਬੈਠੇ ਰਹੋ। ਕੈਨੇਡੀਅਨ ਗਵਰਨਮੈਂਟ ਵੀ ਕਹਿ ਰਹੀ ਆ, ਭਾਰਤ ਦੀ ਸਰਕਾਰ ਵੀ ਇਹੀ ਇਸ਼ਾਰਾ ਦੇ ਰਹੀ ਹੈ, ਸਾਰੀ ਦੁਨੀਆ ਦੀਆਂ ਸਰਕਾਰਾਂ ਆਪੋ ਆਪਣੇ ਸਿਟੀਜ਼ਨਸ ਨੂੰ ਕਹਿ ਰਹੀਆਂ ਵੀ ਇਹ ਮਜਬੂਰੀਆਂ ਤੇ ਚੱਲਦੀਆਂ ਰਹਿਣੀਆਂ ਜ਼ਿੰਦਗੀ ਦੇ ਵਿੱਚ, ਪਰ ਜਾਨ ਹੋਊਗੀ ਤੇ ਇਹ ਹੌਲੀ ਹੌਲੀ ਸਾਰੇ ਕੰਮ ਵੀ ਦੁਨੀਆਦਾਰੀ ਦੇ ਹੁੰਦੇ ਰਹਿਣਗੇ, ਵਿਆਹ ਵੀ ਹੁੰਦੇ ਰਹਿਣਗੇ, ਜ਼ਮੀਨਾਂ ਜਾਇਦਾਦਾਂ ਦੇ ਠੇਕੇ ਵੀ ਲੈਂਦੇ ਰਹੋਗੇ। ਪਰ ਉਹ ਤੋਂ ਪਹਿਲਾਂ ਜ਼ਰੂਰੀ ਹੈ ਤੁਹਾਡੀ ਆਪਣੀ ਜ਼ਿੰਦਗੀ ਦੀ ਸੇਫਟੀ। ਤੇ ਹਾਲ ਦੀ ਘੜੀ ਓਮਿਕਰੋਨ, ਅੱਜ ਵੀ ਮੈਡੀਕਲ ਐਕਸਪਰਟਸ ਅਰਸ਼ ਇਹੀ ਕਹਿ ਰਹੇ ਆ ਕਿ ਜੋ ਉਹਨਾਂ ਨੂੰ ਪੁੱਛੀਏ ਵੀ ਓਮਿਕਰੋਨ ਤੇ ਕਦੋਂ ਕਾਬੂ ਪੈ ਜਾਊਗਾ, ਤੇ ਹਜੇ ਵੀ ਜਾਣੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਫੀਸ਼ੀਅਲਸ ਵੀ ਇਹੀ ਕਨਫਰਮ ਕਰ ਰਹੇ ਵੀ ਹਜੇ ਕੁਛ ਨਹੀਂ ਸਾਨੂੰ ਪਤਾ, ਇਹਦੇ ਤੇ ਕੰਮ ਕਰਨਾ ਅਸੀਂ ਜਾਰੀ ਰੱਖ ਰਹੇ ਹਾਂ। ਪਰ ਜਿਹੜੀ ਵੇਵ ਬੜੀ ਸਖਤ ਹੈ, ਜਿਹੜਾ ਪਿਛਲੇ ਦਿਨਾਂ ਤੋਂ ਆਪਾਂ ਕਹਿ ਰਹੇ ਸੀ ਨਾ ਵੀ ਆਮ ਇੱਥੇ ਹੁਣ ਫਿਰ ਉਹ ਇਗਨੋਰੈਂਸ ਜਦੋਂ ਤਬੀਅਤ ਦੇ ਵਿੱਚ ਭਾਰੂ ਆ ਨਾ ਜੀ, ਹਾਂ ਵੀ ਦੇਖੋ ਜੀ, ਇੱਥੇ ਰੌਲਾ ਆ ਭਾਰਤ ਦੇ ਵਿੱਚ ਤੇ ਲੋਕ ਕੁਛ ਵੀ ਨਹੀਂ ਜੀ, ਉੱਥੇ ਤਾਂ ਜੀ ਨਾ ਕੋਈ ਮਾਸਕ ਲਾਉਂਦਾ, ਨਾ ਉੱਥੇ ਕੁਛ ਆ, ਉੱਥੇ ਤਾਂ ਕੁਛ ਹੈ ਹੀ ਨਹੀਂ ਆ ਵੀ ਕੋਵਿਡ ਉੱਥੇ ਕਿਉਂ ਨਹੀਂ ਫੈਲਦਾ। ਤੇ ਹੁਣ ਅੱਜ ਦੀਆਂ ਰਿਪੋਰਟਾਂ ਚੱਕ ਕੇ ਉੱਥੇ ਦੇਖ ਲਓ। ਸੋ ਇਸ ਕਰਕੇ ਇਹ ਜਿਹੜਾ ਨਾ ਜੀ ਵੀ ਤੂਫਾਨ ਇੱਕਦਮ ਨਹੀਂ ਆ ਜਾਂਦਾ ਹੁੰਦਾ, ਤੁਹਾਨੂੰ ਪਤਾ ਹੀ ਆ ਮੌਸਮ ਜਦੋਂ ਬਦਲਦਾ ਤੂਫਾਨ ਉਹਨੂੰ ਤੇਜ਼ ਹੋਣ ਨੂੰ, ਹਨੇਰੀ ਨੂੰ ਇੱਕ ਸਮਾਂ ਲੱਗਦਾ। ਬਿਲਕੁਲ ਬਿਲਕੁਲ ਏਦਾਂ ਹੀ ਹੁਣ ਹੌਲੀ ਹੌਲੀ ਇਹਨੇ ਪੈਰ ਪਸਾਰੇ ਆ ਤੇ ਜਿਹੜਾ ਹਸ਼ਰ ਆ ਉਹ ਸਾਹਮਣੇ ਆ ਰਿਹਾ। ਤੇ ਆਪਾਂ ਬੰਬੇ ਏਅਰਪੋਰਟ ਪਰਸੋਂ ਦੱਸ ਦਿੱਤਾ ਸੀਗਾ ਸਾਰਾ ਦ੍ਰਿਸ਼, ਤੇ ਫਿਰ ਜਾਣੀ ਕਿ ਵੀ ਜਿੱਥੇ ਕੱਲ 90,000 ਭਾਰਤ ਦੇ ਵਿੱਚ ਉਹਨਾਂ ਨੇ ਪੋਜ਼ਿਟਿਵ ਲੋਕ ਟੈਸਟ ਕੀਤੇ ਸੀ, ਤੇ ਅੱਜ 1 ਲੱਖ ਤੋਂ ਜ਼ਿਆਦਾ ਪੋਜ਼ਿਟਿਵ ਟੈਸਟ ਹੋਏ ਜਿਨ੍ਹਾਂ ਨੂੰ ਟੈਸਟ ਕੀਤਾ। ਤੇ ਬੰਬੇ ਦੇ ਵਿੱਚ ਤਾਂ ਇੰਨੀ ਭਗਦੜ ਅੱਜ ਮੱਚੀ ਵੀ ਜਿਹੜੇ ਪ੍ਰਵਾਸੀ ਮਜ਼ਦੂਰ ਆ, ਜਦੋਂ ਉਹਨਾਂ ਨੇ ਸੋਚਿਆ ਵੀ ਕਿਤੇ ਫੇਰ ਪਹਿਲਾਂ ਵਾਲੇ ਹਾਲਾਤ ਨਾ ਬਣ ਜਾਣ ਤੇ ਅਸੀਂ ਬਿਹਾਰ ਨੂੰ ਹੀ ਚਲੇ ਜਾਂਦੇ ਹਾਂ, ਤੇ ਉਹਨਾਂ ਨੂੰ ਤੇ ਉੱਥੇ ਕੁੱਟ-ਕੁੱਟ ਕੇ ਡੰਡਿਆਂ ਨਾਲ ਹੀ ਕਾਫੀ ਲਾਸ਼ਾਂ ਪੁਲਿਸ ਨੇ ਪਾਈਆਂ। ਉਹ ਲੇਕਿਨ ਕਿ ਸਿਚੁਏਸ਼ਨ ਚਲੋ ਉੱਥੇ ਦੀ ਹੈ, ਪਰ ਬੜੇ ਖੁਸ਼ਕਿਸਮਤ ਲੋਕਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਅਕਾਲ ਪੁਰਖ ਪ੍ਰਮਾਤਮਾ ਦੇ ਵੀ ਕੈਨੇਡਾ ਦੇ ਵਿੱਚ ਮੌਕਾ ਅਪਰਚੁਨਿਟੀ ਹੈ ਕਿ ਸੇਫ ਵੀ ਆ, ਸਾਰੀ ਤਰ੍ਹਾਂ ਸਰਕਾਰਾਂ ਖਿਆਲ ਰੱਖ ਰਹੀਆਂ ਨੇ, ਹੱਥ ਜੋੜ ਜੋੜ ਕੇ। ਉਹ ਨਵਦੀਪ ਬੈਂਸ ਉਹਨਾਂ ਨਾਲ ਕੀਤੀ ਹੋਈ ਮੈਨੂੰ ਇੰਟਰਵਿਊ ਯਾਦ ਆ, ਜਦੋਂ ਮੰਤਰੀ ਸੀਗੇ, ਉਹ ਕਹਿੰਦੇ ਜੀ ਅਸੀਂ ਤੇ ਹੱਥ ਜੋੜ ਰਹੇ ਹਾਂ ਤੇ ਮਿਹਨਤਾਂ ਕਰ ਰਹੇ ਹਾਂ ਲੋਕਾਂ ਦੀਆਂ ਵੀ ਤੁਸੀਂ ਘਰੇ ਰਹੋ। ਹੁਣ ਤੁਸੀਂ ਕਿੱਥੇ ਇਹ ਸਰਕਾਰ ਆ ਜਿਹੜੀ ਤੁਹਾਡੀਆਂ ਮਿਹਨਤਾਂ ਕਰ ਰਹੀ ਆ, ਤੇ ਕਿੱਥੇ ਉਹ ਆ ਜਿਹੜੇ ਤੁਹਾਨੂੰ ਲਾਠੀਆਂ ਮਾਰ ਰਹੇ ਆ ਵੀ ਤੁਸੀਂ ਆਪਣੀ ਜਾਨ ਬਚਾਉਣ ਲਈ ਟ੍ਰੇਨ ਦੇ ਵਿੱਚ ਬਹਿਣਾ, ਤੇ ਜਾਨੀ ਟ੍ਰੇਨ 'ਚ ਬਹਿਣ ਲੱਗਿਆ ਤੁਹਾਨੂੰ ਲਾਠੀਆਂ ਪੈ ਰਹੀਆਂ। ਸੋ ਇਹ ਸਿਚੁਏਸ਼ਨ ਆ ਜੀ ਵੀ ਕਈ ਵਾਰੀ ਅਸੀਂ ਪਰਮਾਤਮਾ ਨੇ ਸਾਨੂੰ ਕੀ ਕੁਝ ਦਿੱਤਾ ਹੋਇਆ, ਧੰਨਵਾਦੀ ਹੋਣ ਦੀ ਬਜਾਏ ਕਈ ਵਾਰੀ ਫਿਰ ਆਪਾਂ ਜੀ ਆਪਣੇ ਜਿਹੜਾ ਬਿਹੇਵੀਅਰ ਦੇ ਨਾਲ ਜਿਹੜਾ ਜੀ ਵੀ ਨਾ ਸ਼ੁਕਰੇ ਜਦੋਂ ਹੋਣ ਨਿਪਟਦੇ ਆ, ਤੇ ਫਿਰ ਉਹਦੇ ਕੰਸੀਕੁਐਂਸਿਸ ਕਈ ਵਾਰੀ ਉੱਥੇ ਜਾ ਕੇ ਜਦੋਂ ਫਸ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਲੋਕ, ਤੇ ਫਿਰ ਪਤਾ ਲੱਗਦਾ। ਜਿਵੇਂ ਕਿ ਆ ਗਿਆ ਨਹੀਂ ਸੀ ਇੱਥੋਂ ਗਰੁੱਪ ਜਹਾਜ਼ ਦੇ ਵਿੱਚ ਭੰਗੜਾ ਪਾਉਂਦੇ ਤੇ ਸਿਗਰਟਾਂ ਪੀਂਦੇ, ਜਿਹੜੀਆਂ ਸਾਰੀਆਂ ਹੀ ਏਅਰਲਾਈਨਾਂ ਨੇ ਉਹਨੂੰ ਵਾਪਸ ਲਿਆਉਣ ਤੋਂ ਨਾ ਕਰ ਦਿੱਤੀ। ਬਿਲਕੁਲ ਬਿਲਕੁਲ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਜਾਣੀ ਕਿ ਉਹਨਾਂ ਨੂੰ ਕਹ ਲਓ ਵੀ ਪੂਰਾ ਝਾੜ ਝੰਬ ਕੀਤੀ ਹੈ ਨਾ, ਆਪਣੇ ਲਫ਼ਜ਼ਾਂ 'ਚ ਜਿੰਨਾ ਤੱਕ ਕਰ ਸਕਦੇ ਸੀ। ਫਿਰ ਉਹਨਾਂ ਚੋਂ ਇੱਕ ਕੁੜੀ ਉੱਥੇ ਪੋਜ਼ਿਟਿਵ ਨਿਕਲ ਆਈ ਜਾ ਕੇ। ਹਾਂਜੀ, ਹੁਣ ਇੱਕ ਪੋਜ਼ਿਟਿਵ ਨਿਕਲ ਆਈ ਵੀ ਭੰਗੜਾ ਤੇ ਇਕੱਠੇ ਪਾਉਂਦੇ ਸੀ ਵੀ ਸਾਰਿਆਂ ਨੂੰ ਹੀ ਸੈਲਫ ਆਈਸੋਲੇਟ ਹੋਣਾ ਪੈਣਾ। ਉਹ ਹੁਣ ਉੱਥੇ ਹੋਟਲ 'ਚ ਦੇਣ ਲਈ ਖਰਚੇ ਹੈ ਨਹੀਂ, ਉਦਾਂ ਜਾਣੀ ਕਿ ਇਹ ਗਾਉਣ ਵਾਲੇ ਆ, ਗੀਤ ਸੰਗੀਤ ਮੰਡਲੀ ਆ, ਤੇ ਟੈਲੀਵਿਜ਼ਨ ਤੇ ਅਸੀਂ ਕਲਾਕਾਰ ਆ, ਵੀ ਲੋਕਾਂ ਨੂੰ ਅਕਲਾਂ ਦੇਣ ਵਾਲੇ ਹੋਣਗੇ ਜਾਂ ਹੋਣਗੀਆਂ, ਤੇ ਆਪਣੀ ਅਕਲ ਦਾ ਜਨਾਜ਼ਾ ਇਹਨਾਂ ਨੇ ਆ ਕੱਢਿਆ। ਤੇ ਹੁਣ ਉੱਥੇ ਜਾਣੀ ਕਿ ਉਹੀ ਲੋਕ ਰੋ ਪਿੱਟ ਰਹੀਆਂ ਆ। ਕੁੜੀ 19 ਸਾਲ ਦੀ ਆ ਜਿਹੜੀ ਪੋਜ਼ਿਟਿਵ ਨਿਕਲੀ ਆ, ਤੇ ਸੈਲਫ ਆਈਸੋਲੇਸ਼ਨ ਕਰਨੀ ਪੈਣੀ, ਹੋਟਲ 'ਚ ਰਹਿਣਾ ਪੈਣਾ, ਤੇ ਹੋਟਲ ਦੇ ਪੈਸੇ ਦੇਣ ਨੂੰ ਹੈ ਨਹੀਂ ਗੇ। ਬਿਲਕੁਲ ਹੁਣ ਇੱਕ ਦੂਜੇ ਨਾਲ ਲੜ ਰਹੇ ਉਹੀ ਲੋਕ ਜਿਹੜੇ ਜਹਾਜ਼ 'ਚ ਭੰਗੜਾ ਪਾਉਂਦੇ ਜਾਂਦੇ ਸੀ। ਨਵਾਂ ਸਾਲ ਮਨਾਉਣ ਚੱਲੇ ਆ, ਨਵਾਂ ਸਾਲ ਮਨਾਉਣ ਚੱਲੇ ਆ, ਤੇ ਨਵਾਂ ਸਾਲ ਦੀ ਉਡੀਕ ਜਾਣੀ ਕਿ ਜਹਾਜ਼ ਦੀ ਫਲਾਈਟ ਮੁੱਕਣ ਤੱਕ ਵੀ ਨਾ ਕੀਤੀ ਜੀ।
ਤੇ ਭੰਗੜੇ ਤੇ ਹੁਣ ਜਾਣੀ ਕਿ ਜਦੋਂ ਯੱਬ ਬਣਿਆ ਉਹ ਇੱਕ ਦੂਜੇ ਨਾਲ ਲੜ ਰਹੇ ਆ ਕਿ ਤੂੰ ਐ ਕਿੱਦਾਂ ਸਾਨੂੰ ਫਸਾਤਾ। ਰਾਈਟ। ਸੋ ਤਦ ਕਰਕੇ ਇਹ ਆ ਜੀ ਵੀ ਇਹ ਦਿਮਾਗਾਂ ਤੋਂ ਕੰਮ ਲੈਣਾ ਜਿਹੜਾ ਜੀ ਵੀ ਮੌਕੇ ਦੇ ਲਿਹਾਜ਼ ਨਾਲ ਬੜਾ ਹੁੰਦਾ ਜ਼ਰੂਰੀ, ਤੇ ਜਦੋਂ ਨਹੀਂ ਤੇ ਫਿਰ ਇਹ ਸਿਚੁਏਸ਼ਨਸ ਬਣਦੀਆਂ ਜੀ। ਜੌਲ ਸਾਹਿਬ, ਰਿਲੇਟਿੰਗ ਦਿਸ ਕੁਐਸਚਨ, ਪੰਜਾਬ ਦੇ ਵਿੱਚ ਇਲੈਕਸ਼ਨਸ ਹੋ ਰਹੇ ਨੇ, ਕੀ ਇਹ ਜਿਹੜੇ ਕਾਫੀ NRIs ਜਿਨ੍ਹਾਂ ਕੋ ਉਹਨਾਂ ਦੇ ਇੰਡੀਅਨ ਪਾਸਪੋਰਟਸ ਨੇ, ਉਹਨਾਂ ਨੂੰ ਕਾਫੀ ਇਹ ਫਰਕ ਪਵੇਗਾ ਜੀ ਇਸ ਨਵੇਂ ਪਾਬੰਦੀਆਂ ਦੇ ਨਾਲ? ਦੇਖੋ ਜੀ, ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ ਚਲੋ ਤਾਂ ਠੀਕ ਹੋਣਗੇ। ਇੰਡੀਅਨ ਸਿਟੀਜ਼ਨ ਜਿਹੜਾ ਸਿਟੀਜ਼ਨ ਕਿਸੇ ਵੀ ਦੇਸ਼ ਦਾ ਹੋਵੇ ਉਹ ਆਪਣੇ ਦੇਸ਼ 'ਚ ਤਾਂ ਜਾ ਕੇ ਉੱਥੇ ਰਹਿ ਸਕਦੇ ਨੇ, ਉਹਨਾਂ ਦੇ ਕੋਲ ਉਹੀ ਤੇ ਇੱਕ ਰਾਈਟ ਹੁੰਦਾ। ਪਰ ਲੇਕਿਨ ਕਿ ਇਹ ਆ ਵੀ ਜਿਹੜੇ ਫੋਰਨ ਸਿਟੀਜ਼ਨ ਹੋਣਗੇ ਵੀ ਜਿਨ੍ਹਾਂ ਨੇ ਹੁਣ ਜਾਣੀ ਕਿ ਜਾਣਾ ਹੀ ਜਾਣਾ, ਮਜਬੂਰੀ ਆ ਜੀ ਉਹਨਾਂ ਦੇ ਲਈ, ਜਾਣੀ ਕਿ ਬਾਕੀ ਸਾਰੀਆਂ ਸਲਾਹਾਂ ਦੇ ਮੁਕਾਬਲੇ ਮਜਬੂਰੀਆਂ ਬਹੁਤ ਵੱਡੀਆਂ ਹੁੰਦੀਆਂ ਜੀ। ਤੇ ਉਹ ਫਿਰ ਹੁਣ ਜਾਣੀ ਕਿ ਜੇ ਸਿਚੁਏਸ਼ਨ ਉੱਥੇ ਗਾਂ ਹੋਰ ਕੋਈ ਥੋੜ੍ਹੀ ਬਹੁਤੀ ਟਰਨ ਲੈਂਦੀ ਆ, ਜਿਸ ਤਰ੍ਹਾਂ ਆਪਾਂ ਕਿਹਾ ਸੀਗਾ ਵੀ ਸਾਡੇ ਟਰਾਂਸਪੋਰਟੇਸ਼ਨ ਮਿਨਿਸਟਰੀ ਵੀ, ਸਾਡੇ ਗਲੋਬਲ ਅਫੇਅਰਸ ਵੀ, ਬਾਕੀ ਸਾਰੇ ਮਿਨਿਸਟਰ ਵੀ, ਸਰਕਾਰ ਵੱਲੋਂ ਇਹੀ ਐਡਵਾਈਜ਼ ਆ ਵੀ ਤੁਸੀਂ ਕੈਨੇਡਾ ਤੋਂ ਅਜੇ ਬਾਹਰ ਜਾਣ ਦਾ ਸਮਾਂ ਨਹੀਂ ਆਇਆ ਵੀ ਨੌਨ ਐਸੈਂਸ਼ੀਅਲ ਇੰਟਰਨੈਸ਼ਨਲ ਟਰੈਵਲ ਨਾ ਕਰੋ। ਪਰ ਹੁਣ ਉਹਦੇ ਬਾਵਜੂਦ ਫਿਰ ਕੋਈ ਸਿਚੁਏਸ਼ਨ ਜੇ ਬਣ ਗਈ ਵੀ ਉੱਥੇ ਡਿਲੇ ਕਰਨੀ ਪੈਂਦੀ ਆ, ਡਿਪਾਰਚਰ ਤੇ ਖਰਚੇ ਤਾਂ ਤੁਹਾਨੂੰ ਪਤਾ ਵੀ ਵੱਡੇ ਸ਼ੁਰੂ ਹੋ ਜਾਂਦੇ ਉਸ ਵੇਲੇ, ਤੇ ਸਰਕਾਰ ਜਾਣੀ ਕਿ ਵੀ ਕੈਨੇਡੀਅਨ ਗਵਰਨਮੈਂਟ ਕੋਈ ਸਪੋਰਟ ਕਰ ਸਕੂਗੀ, ਇਹ ਸਿਗਨਲ ਉਹ ਪਹਿਲਾਂ ਹੀ ਦੇ ਚੁੱਕੇ ਆ ਵੀ ਇਹ ਸਾਡੇ ਲਈ ਫਿਰ ਮੁਸ਼ਕਲ ਹੋਊਗਾ। ਸੋ ਤਦ ਕਰਕੇ ਵੀ ਹੁਣ ਉਹ ਗੱਲ ਉੱਥੇ ਹੀ ਆ ਗਈ ਪੰਜਾਬੀਆਂ ਵਾਲੀ ਵੀ ਸਵਾਰੀ ਆਪਣੇ ਸਮਾਨ ਦੀ ਆਪ ਹੀ ਜ਼ਿੰਮੇਵਾਰ ਹੋਊ ਆਉਣ ਵਾਲੇ ਦਿਨਾਂ, ਹਫ਼ਤਿਆਂ, ਮਹੀਨਿਆਂ ਦੇ ਦੌਰਾਨ ਜੋ ਸਿਚੁਏਸ਼ਨ ਬਣਦੀ ਹੈ ਜੀ। ਅਰਦਾਸ ਕਰਦੇ ਨੇ ਅਰਸ਼ ਭਾਈ ਸਭ ਕੁਝ ਠੀਕ ਰਵੇ। ਬਿਲਕੁਲ ਬਿਲਕੁਲ, ਮੈਂ ਉਹੀ ਕਹਿਣ ਲੱਗਾ ਸੀ, ਅਸੀਂ ਬਸ ਇਹ ਪ੍ਰੇ ਕਰਦੇ ਕਿ ਸਾਰਾ ਕੁਝ ਠੀਕ ਰਵੇ। ਐਂਡ ਜੇ ਇੰਡੀਆ ਨੇ ਪਾਬੰਦੀਆਂ ਲਾਤੀਆਂ ਤਾਂ ਫਿਰ ਕੈਨੇਡਾ ਵੀ ਲਾ ਸਕਦਾ, ਮਤਲਬ ਯੈਸ। ਉਹ ਦੂਸਰੇ ਨਾ ਵੀ ਸਮੇਂ ਦੇ ਰਹਿੰਦੇ ਆ, ਜੇ ਅਸੀਂ ਦੱਸਦੇ ਨਹੀਂ ਫਿਰ ਭੈਣ ਭਰਾ ਕਹਿੰਦੇ ਪਤਾ ਨਹੀਂ ਲੱਗਾ, ਸਾਨੂੰ ਦੱਸਿਆ ਨਹੀਂ। ਜੇ ਅਸੀਂ ਦੱਸਦੇ ਹਾਂ ਫਿਰ ਆਪਾਂ ਜੇ ਸੁਣਦੇ ਨਹੀਂ, ਸੁਣਦੀਆਂ ਨਹੀਂ, ਤੇ ਫਿਰ ਹੁਣ ਦੱਸੋ ਇਹਦੇ ਵਿੱਚ ਕੀ ਹੋ ਸਕਦਾ। ਸੋ ਤਦ ਕਰਕੇ ਇਹ ਆ ਵੀ ਸੁਣੀ ਹੋਈ ਗੱਲ ਨੂੰ ਅਣਸੁਣੀ ਕਰਨਾ ਤੇ ਬਾਅਦ ਵਿੱਚ ਕਹਿਣਾ ਮੈਨੂੰ ਪਤਾ ਨਹੀਂ ਲੱਗਾ। ਕਈ ਵਾਰੀ ਤਦੇ ਕਰਕੇ ਅਸੀਂ ਦੋ ਭਾਸ਼ਾਵਾਂ ਵਿੱਚ ਦੱਸਦੇ ਹਾਂ, ਫੋਨਾਂ ਦੇ ਵਿੱਚ, ਅੰਗਰੇਜ਼ੀ 'ਚ, ਪੰਜਾਬੀ 'ਚ, ਵੀ ਕਿਤੇ ਪਤਾ ਤਾਂ ਲੱਗ ਜਾਵੇ, ਹਨਾ, ਆਪਣੀ ਭਾਸ਼ਾ 'ਚ ਪਤਾ ਲੱਗ ਜਾਊ, ਹਨਾ। ਪਰ ਹੁਣ ਇਹ ਤੋਂ ਵੱਧ ਫਿਰ ਸਾਨੂੰ ਭੈਣ ਭਰਾ ਦੱਸ ਸਕਦੇ ਵੀ ਹੋਰ ਅਸੀਂ ਕੀ ਕਰੀਏ ਵੀ ਤੁਹਾਨੂੰ ਪਤਾ ਲੱਗ ਜਾਵੇ। ਕਈ ਵਾਰੀ ਮਨ ਵਿੱਚ ਇੰਨਾ ਹੀ ਆਉਂਦਾ ਵੀ ਹੁਣ ਘਰੇ ਘਰੇ ਜਾਈਏ ਵੀ ਫੋਨ ਖੋਲ ਕੇ ਹੱਥ ਜੋੜ ਕੇ ਬੇਨਤੀ ਵੀ ਕਰੀਏ ਵੀ ਆ ਪੜ੍ਹ ਲਿਓ ਜੀ, ਤੁਹਾਨੂੰ ਭੇਜੀ ਆ ਜਾਣਕਾਰੀ। ਚਲੋ 905 813 1320 ਕੈਰਿੰਗ ਔਨ। ਜੌਲ ਸਾਹਿਬ, ਅੱਜ ਜਿੱਥੇ ਓਮਿਕਰੋਨ ਜਾਂ ਕੋਵਿਡ ਦੇ ਕੇਸਿਸ ਦਿਨ ਬਾਏ ਦਿਨ ਵੱਧ ਰਹੇ ਨੇ, ਘਟ ਰਹੇ ਨੇ, ਅੱਜ 74 ਕੋਵਿਡ ਪੇਸ਼ੈਂਟਸ ਐਡਮਿਟਡ ਹੋ ਚੁੱਕੇ ਨੇ ਜੀ ਬਰੈਂਪਟਨ ਹਸਪੀਟਲ ਦੇ ਵਿੱਚ। ਕਾਫੀ ਵੱਡੇ ਨੰਬਰ ਹੈ ਜੀ। ਅੱਛਾ, ਵੈਸੇ ਉਹੀ ਬਰੈਂਪਟਨ ਹਸਪੀਟਲ ਆ ਜਿੱਥੇ ਅਜੇ 3 ਹਫ਼ਤੇ ਪਹਿਲਾਂ 5 ਪੇਸ਼ੈਂਟ ਸੀਗੇ ਕੋਵਿਡ ਦੇ ਜੀ, ਤੇ 5 ਤੇ 74 ਦੇ ਵਿੱਚ ਜਿਹੜਾ ਤੁਸੀਂ ਦੱਸਿਆ ਵੀ 74 ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਇਸੇ ਕਰਕੇ ਪਿਛਲੇ ਬੁੱਧਵਾਰ ਨੂੰ ਵੀ ਮੇਅਰ ਪੈਟਰਿਕ ਬਰਾਊਨ ਵੀ ਆਲ ਆਫ ਸਡਨ ਜਾਣੀ ਕਿ ਚਿੰਤਤ ਹੋ ਗਏ ਸੀਗੇ। ਪਰ ਜਦੋਂ ਨਵਾਂ ਸਾਲ ਮਨਾਉਣਾ ਸੀ ਉਹ ਕਹਿੰਦੇ ਵੀ ਓਮਿਕਰੋਨ ਠੀਕ ਆ, ਫੈਲਦਾ ਤਾਂ ਬਹੁਤ ਆ, ਪਰ ਉਹਦੇ ਕੋਈ ਖਤਰਨਾਕ ਇਹਦੇ ਨਤੀਜੇ ਨਹੀਂ ਹੈਗੇ। ਤਾਂ ਉਹਨਾਂ ਨੇ ਨਵਾਂ ਸਾਲ ਦੇ ਜਸ਼ਨ, ਆਤਿਸ਼ਬਾਜ਼ੀ, ਬਾਕੀ ਸਭ ਕੁਝ ਕੈਂਸਲ ਨਹੀਂ ਸੀ ਕੀਤਾ, ਜਿਵੇਂ ਕਿ ਮਿਸਿਸਾਗਾ, ਟੋਰਾਂਟੋ ਤੇ ਹੋਰ ਸ਼ਹਿਰਾਂ ਦੇ ਮੇਅਰਾਂ ਨੇ ਕੀਤਾ ਸੀਗਾ। ਪਰ ਹੁਣ ਚਲੋ ਆਲ ਆਫ ਸਡਨ ਚਿੰਤਤ ਹੋ ਗਏ ਆ ਜੀ ਵੀ ਇੱਥੇ ਸਾਡੇ ਕੈਪੈਸਿਟੀ ਲਿਮਿਟ ਆ ਜਿਹੜੀ ਵੀ ਕੋਡ ਔਰੇਂਜ ਵੀ ਹਸਪੀਟਲ ਦੇ ਵਿੱਚ ਹੈਗਾ, ਕੋਡ ਔਰੇਂਜ ਜੀ, ਹਨਾ। ਆਪਾਂ ਦੱਸਿਆ ਸੀ 3 ਦਿਨ ਪਹਿਲਾਂ ਵੀ ਉਹ ਕੋਡ ਔਰੇਂਜ ਦਾ ਮਤਲਬ ਇਹੀ ਹੁੰਦਾ ਵੀ ਜਦੋਂ ਹਸਪੀਟਲ ਦੇ ਵਿੱਚ ਇੱਕ ਤਰੀਕੇ ਦੇ ਨਾਲ ਕੈਪੈਸਿਟੀ ਫੁੱਲ ਹੁੰਦੀ ਜਾਵੇ ਵੀ ਜਿੰਨੇ ਕੁ ਪੇਸ਼ੈਂਟ ਉਹ ਰੱਖ ਸਕਦੇ ਨੇ ਉਹ ਨੱਕੋ ਨੱਕ ਭਰਦਾ ਜਾਵੇ। ਇਹਦੇ ਨਾਲ ਹੀ ਫਿਰ ਜਾਣੀ ਕਿ ਸਟਾਫ ਦੀ ਵੀ ਘਾਟ ਹੋਵੇ, ਸਟਾਫ ਜਦੋਂ ਸਿੱਕ ਕਾਲ ਕਰਦੇ ਨੇ। ਸੋ ਇਹ ਕੋਡ ਔਰੇਂਜ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਜਾਂਦਾ ਵੀ ਪ੍ਰਬੰਧ ਕਰਨੇ ਕਈ ਵਾਰੀ ਫਿਰ ਔਖੇ ਹੋ ਜਾਂਦੇ ਆ। ਉਧਰ ਈਟੋਬੀਕੋ ਦੇ ਵਿੱਚ ਵੀ ਜਾਣੀ 49 ਪੇਸ਼ੈਂਟਸ ਆ ਜਿਹੜੇ ਜੀ ਕੋਵਿਡ ਤੋਂ ਜਿਹੜੇ ਕਹੋ ਇਨਫੈਕਟਡ ਨੇ, ਉਹਨਾਂ ਦਾ ਇਲਾਜ ਆ ਚੱਲ ਰਿਹਾ ਜੀ। ਇਹਦੇ ਨਾਲ ਹੀ ਜਿੱਥੇ 74 ਜਾਣੀ ਕਿ ਬਰੈਂਪਟਨ ਹਸਪੀਟਲ ਦੇ ਵਿੱਚ ਕੋਵਿਡ ਦੇ ਪੇਸ਼ੈਂਟ ਐਡਮਿਟਡ ਆ, ਇਹਦੇ ਨਾਲ ਹੀ 5 ਜਿਹੜੇ ਪੇਸ਼ੈਂਟਸ ਆ ਵੀ ਉਹਨਾਂ ਨੂੰ ICU ਦੇ ਵਿੱਚ ਰੱਖਣਾ ਪੈ ਰਿਹਾ, ਜਾਣੀ ਕਿ 24 ਘੰਟੇ ਉਹਨਾਂ ਨੂੰ ਨਿਗਰਾਨੀ ਦੀ ਲੋੜ ਆ ਜਾਨ ਬਚਾਉਣ ਦੇ ਲਈ। ਤੇ ਈਟੋਬੀਕੋ ਦੇ ਵਿੱਚ ਜਾਣੀ ਜਿਹੜੇ ICU ਦੇ ਵਿੱਚ ਆ ਬਰੈਂਪਟਨ ਦੇ ਮੁਕਾਬਲੇ 3 ਪੇਸ਼ੈਂਟ ਵੱਧ ਨੇ, ਉੱਥੇ 8 ਜਿਹੜੇ ਮਰੀਜ਼ ਅੱਜ ਵੀ ਉਹ ICU ਦੇ ਵਿੱਚ ਦਾਖਲ ਹੈ। ਸੋ ਕੱਲ 6 ਜਨਵਰੀ ਤੱਕ ਜਾਣੀ ਕਿ ਇਹ ਸਿਚੁਏਸ਼ਨ ਸੀਗੀ, ਬਟ ਜਿਸ ਤਰੀਕੇ ਦੇ ਨਾਲ ਕੇਸਿਸ ਵੱਧ ਰਹੇ ਆ ਉਹਦੇ ਨਾਲ ਲਿਹਾਜ਼ ਨਾਲ ਲੱਗ ਰਿਹਾ ਵੀ ਬਰੈਂਪਟਨ ਹਸਪੀਟਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਕੈਪੈਸਿਟੀ ਤੋਂ ਬਾਹਰ ਨਾਲੇ ਸ਼ਹਿਰਾਂ ਨੂੰ ਜਿਹੜੇ ਅੱਜ ਵੀ ਉਹ ਮਰੀਜ਼ ਭੇਜਣੇ ਪੈ ਸਕਦੇ ਆ। ਇਸ ਕਰਕੇ ਨਵਾਂ ਸਾਲ ਵੀ ਮਨਾਇਆ, ਫੈਸਟੀਵਲ ਸੀਜ਼ਨ ਵੀ ਸੀਗਾ, ਕਿਹਾ ਵੀ ਜਾ ਰਿਹਾ ਸੀਗਾ ਮਿਡ ਜਨਵਰੀ ਤੇ ਐਂਡ ਜਨਵਰੀ ਤੱਕ ਕੇਸਿਸ ਜਿਹੜੇ ਆ ਉਹ ਵਧਣਗੇ, ਪਰ ਬਰੈਂਪਟਨ ਨੇ ਕੈਂਸਲ ਨਹੀਂ ਸੀ ਕੀਤਾ। ਜਸ਼ਨ ਪੂਰੇ ਮਨਾਏ ਸੀ ਨਵੇਂ ਸਾਲ ਦੇ, ਉਸ ਲਿਹਾਜ਼ ਨਾਲ ਹੁਣ ਕੋਡ ਔਰੇਂਜ ਵੀ ਆ ਹਸਪੀਟਲ ਦੇ ਵਿੱਚ, ਤੇ ਇਹ ਗਿਣਤੀ ਜਿਹੜੀ ਆ ਜੀ ਵੀ ਕੋਵਿਡ ਪੇਸ਼ੈਂਟਸ ਦੀ ਲਗਾਤਾਰਤਾ ਦੇ ਨਾਲ ਸਿਟੀ ਦੇ ਵਿੱਚ ਵੀ ਵਧ ਰਹੀ ਆ ਤੇ ਹਸਪੀਟਲ। ਜੌਲ ਸਾਹਿਬ, ਮੈਂ ਅੰਕੜਿਆਂ ਦੀ ਵੇਟ ਕਰ ਹੀ ਰਿਹਾ ਸੀ। OPP ਨੇ ਜਿਹੜਾ ਰਾਈਡ ਚੈੱਕ ਹੁੰਦਾ 45 ਡੇ ਦਾ RIDE ਆਪਰੇਸ਼ਨ,
ਨਵੰਬਰ 18 2021 ਤੋਂ ਲੈ ਕੇ ਜਨਵਰੀ 2 2022 ਤੱਕ ਦਾ ਇਹ 46 ਡੇ ਕੰਪਲੀਟ ਹੋਇਆ ਤੇ ਇਸ ਦੇ ਵਿੱਚ 655 ਇੰਪੇਅਰਡ ਡਰਾਈਵਰਸ ਫੜੇ ਗਏ ਜੀ। ਜੀ ਇਹ ਨਾ ਦੇਖੋ ਹੁਣ 46 ਦਿਨ ਸੀਗੇ ਤੇ 46 ਦਿਨਾਂ ਚ 655 ਜਾਣੀ ਕਿ ਸ਼ਰਾਬੀ ਤੇ ਸ਼ਰਾਬਣਾ ਦਾ ਚਾਰਜ ਹੋਣ ਦਾ ਮਤਲਬ ਆ ਕਿ ਰੋਜ਼ ਜਾਣੀ 10 ਤੋਂ ਵੱਧ ਹਨ। ਹਾਂਜੀ। ਅੱਛਾ ਹੁਣ ਇਹ ਜਾਣੀ ਕਿ ਇਹ 655 ਤੇ ਚਾਰਜ ਕਰ ਲਏ ਤੇ 236 ਨੂੰ ਦਿੱਤੀ ਵਾਰਨਿੰਗ ਵੀ ਉਹਨਾਂ ਨੇ ਪੀਤੀ ਤਾਂ ਹੋਈ ਸੀ ਪਰ ਜਾਣੀ ਉਹਨਾਂ ਦੇ ਬਲੱਡ ਦੇ ਵਿੱਚ ਜਿਹੜੀ ਅਲਕੋਹਲ ਦੀ ਮਾਤਰਾ ਆ ਉਹ ਕਹਿ ਲਓ ਵੀ 80 mg ਤੋਂ ਘੱਟ ਸੀ, ਵੀ 80 ਮਿਲੀਗ੍ਰਾਮ ਤੋਂ ਘੱਟ ਸੀਗੀ ਉਹਨਾਂ ਦੇ 100 ਮਿਲੀਲੀਟਰ ਬਲੱਡ ਦੇ ਵਿੱਚ ਤੇ ਵੀ 80 ਤੋਂ ਵੱਧ ਜੇ ਹੋਵੇ ਤੇ ਚਾਰਜ ਹੋ ਜਾਂਦਾ ਬੰਦਾ, ਪਰ 80 ਜਾਂ 80 ਤੋਂ ਘੱਟ ਹੋਵੇ ਤੇ ਫਿਰ ਵਾਰਨਿੰਗ ਦੀ ਰੇਂਜ ਵਿੱਚ ਆਉਂਦੇ ਨੇ। ਰਾਈਟ। ਮਤਲਬ ਕਿ ਤੁਹਾਨੂੰ ਕੁਛ ਵੀ ਨਹੀਂ ਪੁਲਿਸ ਨੇ ਉਦੋਂ ਕਹਿਣਾ ਜਦੋਂ ਤੁਹਾਡੇ ਬਲੱਡ ਵਿੱਚ ਮਾਸਾ ਵੀ ਨਹੀਂ ਅਲਕੋਹਲ, ਪਰ ਜੇ ਮਾਸਾ ਵੀ ਬਾਅਦ ਦੇ ਵਿੱਚ ਨਿਕਲ ਆਈ ਤੇ ਤੁਹਾਨੂੰ ਵਾਰਨਿੰਗ ਜ਼ਰੂਰ ਐਟਲੀਸਟ ਮਿਲੂਗੀ ਤੇ ਰੈਕਡ ਤੇ ਆ ਜਾਊਗਾ। ਮਤਲਬ ਤਾਂ ਖਤਰੇ ਦੀ ਝੰਡੀ ਜਿਹੜੀ ਉੱਥੇ ਆ ਜਾਣੀ ਉਹਨਾਂ ਦੇ ਰੈਕਡ ਦੇ ਵਿੱਚ ਵੀ ਮਾਮਲਾ ਇਹਦਾ ਗੜਬੜ ਆ। ਇਸ ਕਰਕੇ ਇਹ ਆ ਜੀ ਵੀ ਹੁਣ ਇਹ 655 ਜਿਹੜੇ ਆ ਜੀ ਇੰਪੇਅਰਡ ਸ਼ਰਾਬੀ ਤੇ ਸ਼ਰਾਬਣਾ ਪ੍ਰੋਵਿੰਸ ਦੇ ਵਿੱਚ ਚਾਰਜ ਹੋਏ ਨੇ ਓਨਟਾਰੀਓ ਦੇ ਵਿੱਚ 46 ਦਿਨਾਂ ਦੇ ਵਿੱਚ। ਪਰ ਕਮਾਲ ਦੀ ਗੱਲ ਅਰਸ਼ੇ ਦੇ ਵਿੱਚ ਇਹ ਆ, ਨਾਲ ਹੀ ਪੁਲਿਸ OPP ਨੇ ਇਹ ਵੀ ਕਨਫਰਮ ਕੀਤਾ ਕਿ ਜਿਹੜਾ ਸੀਗਾ ਨਾ ਪਿੱਛੇ ਜਾਣੀ ਕਿ ਆਪਣੇ ਸ਼ਰਾਬੀ ਤੇ ਸ਼ਰਾਬਣਾ ਨੂੰ ਲੋਕ ਲੁਕਾਉਂਦੇ ਸੀ, ਦੱਸਦੇ ਨਹੀਂ ਸੀ, ਦੱਸਦੀਆਂ ਨਹੀਂ ਸੀ, ਜਾਣੀ ਕਿ ਲੋਕਾਂ ਦੀਆਂ ਬੁਰਾਈਆਂ ਗਣਾਉਣੀਆਂ ਵੱਧ ਚੜ ਕੇ ਤੇ ਆਪਣੀਆਂ ਲੁਕਾਉਣੀਆਂ। ਹੁਣ ਲੇਕਿਨ ਕਿ ਲੋਕਾਂ ਦੇ ਵਿੱਚ ਇਹ ਉਤਸ਼ਾਹ ਇਨਕਰੇਜਮੈਂਟ ਆਈ ਹੋਈ ਆ ਵੀ ਸ਼ਰਾਬੀ ਤੇ ਸ਼ਰਾਬਣਾ ਵੱਲੋਂ ਜਿਹੜੀਆਂ ਇਹ ਬਰਬਾਦੀਆਂ ਸਿਰਜੀਆਂ ਜਾਂਦੀਆਂ ਆਪਣੇ ਵਾਸਤੇ ਤੇ ਹੋਰਨਾਂ ਲੋਕਾਂ ਦੇ ਵਾਸਤੇ ਜਾਨ ਮਾਲ ਖਤਰੇ ਵਿੱਚ ਪਾਇਆ ਜਾਂਦਾ, ਮਾਰ ਕੇ ਤੇ ਪਰਿਵਾਰਾਂ 'ਚ ਕਲੇਸ਼ ਤੇ ਕੁਟਾਪੇ ਤੇ ਹੋਰ ਪਤਾ ਨਹੀਂ ਕੀ ਕੀ। ਤੇ ਫਿਰ ਹੁਣ ਜਾਣੀ 3147 ਇਹੋ ਜਿਹੀਆਂ ਕਾਲਸ 911 ਤੇ ਇਹ 2021 ਸਾਲ ਜਿਹੜਾ ਲੰਘਿਆ ਨਾ, ਪਿਛਲੇ ਸਾਲ ਦੇ 365 ਦਿਨਾਂ ਦੇ ਵਿੱਚ 3147 ਕਾਲਸ ਆ ਜਿਹੜੀਆਂ ਗਈਆਂ ਵੀ ਰੋਜ਼ ਦੀਆਂ 10-12 ਕਹਿ ਲਓ ਵੀ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਹੀ ਫੋਨ ਕਰਕੇ ਫੜਾਇਆ ਵੀ ਇਹ ਸ਼ਰਾਬੀ ਤੇ ਸ਼ਰਾਬਣ ਹੋ ਕੇ ਨਸ਼ਈ ਹੋ ਕੇ ਨਿਕਲੀ ਆ, ਇਹਨੂੰ ਫੜ ਲਓ ਤੇ ਇਹ ਸਾਡੀ ਨਹੀਂ ਗੱਲ ਮੰਨ ਰਿਹਾ। ਜਾਂ ਫਿਰ ਜਾਣੀ ਕਿ ਵੀ ਕੋਈ ਗੱਡੀ ਜਿੱਦਾਂ ਰੋਡ ਤੇ ਰੈਡੀਕਲੀ ਚੱਲ ਰਹੀ ਸੀਗੀ ਤੇ 911 ਦੇ ਤੁਰੰਤ ਲੋਕਾਂ ਨੇ ਕਾਲ ਕੀਤੀ ਪਿਆ ਡਰਾਈਵਰ ਜਿਹੜਾ ਲੱਗਦਾ ਨਹੀਂ ਵੀ ਇਹ ਸੁਰਤ ਵਿੱਚ ਹੈ, ਇਹਨੂੰ ਆ ਕੇ ਸੰਭਾਲੋ। ਸੋ ਇਸ ਤਰ੍ਹਾਂ ਵੀ ਕਾਫੀ ਲੋਕ ਜਿਹੜੇ ਆ ਜੀ ਵੀ ਚਾਰਜ ਇਸ ਪਿਛਲੇ ਸਾਲ ਦੇ ਦੌਰਾਨ ਹੋਏ ਆ। ਕੁੱਲ ਮਿਲਾ ਕੇ ਪੁਲਿਸ ਨੇ ਥੈਂਕ ਯੂ ਕੀਤਾ ਵੀ ਅੱਗੇ ਨਾਲੋਂ ਕਮਿਊਨਿਟੀ ਜਿਹੜੀ ਆ ਅਵੇਅਰ ਆ ਵੀ ਇਹ ਸ਼ਰਾਬੀ ਤੇ ਸ਼ਰਾਬਰਾਂ ਨੂੰ ਫੜਾਉਣ ਦੇ ਲਈ ਤੇ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰ ਦੇ ਜੀਆਂ ਨੂੰ ਵੀ ਜੇ ਉਹ ਆਖੇ ਨਾ ਲੱਗਣ ਤੇ ਜਾਣੀ ਕਿ ਫੜਾਇਆ ਜਾ ਰਿਹਾ ਫਿਰ ਪੁਲਿਸ ਉਹਨਾਂ ਨਾਲ ਸਿੱਝਦੀ ਆ। ਫੇਗਾ ਤੁਹਾਨੂੰ ਪਤਾ ਵੀ ਵਕੀਲ ਤਾਂ 10-12 ਹਜ਼ਾਰ ਡਾਲਰ ਤੋਂ ਸ਼ੁਰੂ ਹੀ ਹੁੰਦੇ ਹਨਾ। ਤੇ ਜਦੋਂ ਸ਼ਰਾਬੀ ਸ਼ਰਾਬਣ ਨੇ ਫੜ ਹੋਣਾ ਫਿਰ ਸ਼ਰਾਬਣ ਨੂੰ ਖਾਸ ਤੌਰ ਤੇ ਬੜੀ ਸੰਗ ਆਉਣ ਲੱਗ ਪੈਂਦੀ ਆ ਵੀ ਮੈਂ ਹੁਣ ਦੱਸਾਂ ਕੀ ਵਕੀਲ ਨੂੰ ਵੀ ਮੈਂ ਚੰਦ ਕੀ ਚੜ੍ਹ ਕੇ ਆਈ ਆ ਹਨਾ। ਅਕਸਰ ਉਹਨਾਂ ਵਿੱਚ ਉਹ ਲੋਕ ਹੁੰਦੇ ਜਿਹੜੇ ਕੋਈ ਸੁਪਨਾ ਦੋ ਟੈਕਸੀ ਲੈ ਕੇ ਵੀ ਜਾਣੀ ਕਿ ਆਪਣੇ ਦੇਸ਼ 'ਚ ਕਦੀ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਸੀ ਤੇ ਉੱਥੇ ਕਿੰਨੀ ਕੁ ਚਲਾਉਂਦੇ ਸੀ, ਚਲੋ ਜੇ ਚਲਾਉਂਦੇ ਵੀ ਸੀ ਚਲਾਉਂਦੀਆਂ ਵੀ ਸੀ ਤੇ ਕੀ ਕੈਨੇਡਾ ਇਸ ਕੰਮ ਆਏ ਸੀ? ਮਤਲਬ ਕੈਨੇਡਾ ਆ ਕੇ ਹੋਰ ਵੀ ਗਰਕਣ ਆਏ ਸੀ ਕਿ ਕੈਨੇਡਾ ਆ ਕੇ ਹੋਰ ਬੁਲੰਦੀ ਵੱਲ ਜਾਣ ਨੂੰ ਆਏ ਸੀ? ਇਹ ਚੀਜ਼ਾਂ ਫੈਸਲਾ ਕਰਦੀਆਂ ਵਿਅਕਤੀ ਦੇ ਕਿਰਦਾਰ ਦਾ। ਸੋ ਕੁੱਲ ਮਿਲਾ ਕੇ ਲੇਕਿਨ ਕਿ 46 ਦਿਨਾਂ ਦੇ ਵਿੱਚ 655 ਦੀ ਗਿਣਤੀ ਕਾਫੀ ਵੱਡੀ ਹੈ। ਜੌਲ ਸਾਹਿਬ ਸਾਡੇ ਨਾਲ ਇੱਕ ਕਾਲਰ ਨੇ, ਆਪਾਂ ਕਾਲਰ ਨੂੰ ਬੇਨਤੀ ਕਿ ਫਟਾਫਟ ਸਵਾਲ ਛੋਟਾ ਹੋਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦਰਸ਼ ਭਾਜੀ ਤੇ ਜੌਲ ਭਾਜੀ, ਕੀ ਹਾਲ ਚਾਲ ਹੈ? ਜੀ ਠੀਕ ਠਾਕ ਜੀ। ਹਾਂਜੀ ਭਾਜੀ, ਹੈਪੀ ਨਿਊ ਈਅਰ। ਮੈਂ ਨਾ ਬਹੁਤ ਚਿਰ ਪਹਿਲਾਂ ਵੀ ਫੋਨ ਕੀਤਾ ਸੀ ਇੱਕ ਵਾਰੀ। ਛੋਟੀ ਗੱਲ ਰੱਖਣੀ, ਬਿਲਕੁਲ ਛੋਟੀ, ਤੁਹਾਡਾ ਟਾਈਮ ਬਹੁਤ ਕੀਮਤੀ ਆ। ਇਹ ਨਾ ਜਿਹੜੀ ਪੰਜਾਬੀ ਚ ਕਹਿੰਦੇ ਨਹੀਂ ਹਮ ਨਹੀਂ ਸੁਧਰੇਂਗੇ, ਇਹਨਾਂ ਨੇ ਭਾਜੀ ਸੁਧਰਨਾ ਨੀਗਾ ਜਿਹਨਾਂ ਦੇ ਖੋਪੜੀ ਚ ਹੈਗਾ ਇਹੋ ਨਾ, ਸਿੱਧੀ ਜੀ ਗੱਲ ਹੈ ਨਾ। ਕਿਉਂਕਿ ਜੌਲ ਸਾਹਿਬ ਇੰਨੀਆਂ ਚੰਗੀਆਂ ਗੱਲਾਂ ਦਿੰਦੇ ਆ। ਸਵੇਰੇ ਹਜੇ 6 ਵਜੇ ਉੱਠੀ ਦਾ ਨਹੀਂ, ਸਾਨੂੰ ਨਾ ਭਾਜੀ ਇੰਨਾ ਸੋਹਣਾ ਸ਼ਬਦ ਮਿਲਦਾ ਪੜ੍ਹਨ ਨੂੰ ਫੋਨ ਦੇ ਉੱਪਰ ਹਨਾ। ਮੂਵੀਆਂ ਦੇਖਦੇ ਹੁਣ ਅਰਸ਼ ਭਾਜੀ ਤੁਸੀਂ ਇੰਨਾ ਲੋਕਾਂ ਨੂੰ ਸਮਝਾਉਂਦੇ ਆ, ਇੰਨੀ ਹੱਸ ਕੇ ਦਿਲੋਂ ਗੱਲ ਕਰਦੇ ਆ, ਆਪਾਂ ਤੁਹਾਨੂੰ ਵੀ ਸਲੂਟ ਕਰਦੇ ਭਾਜੀ। ਇੰਨੇ ਸੋਹਣੇ ਪ੍ਰੋਗਰਾਮ ਨਾ ਐਵੇਂ ਨਹੀਂ ਬਣਦੇ, ਐਵੇਂ ਨਹੀਂ ਲੋਕਾਂ ਨੂੰ ਵਿਚਾਰ ਹੁੰਦੇ, ਪਰ ਜੇ ਉੱਤੇ ਅਮਲ ਕਰੀਏ ਹਨਾ। ਹੁਣ ਭਾਜੀ ਨੇ ਸੁੱਖਿਆ ਹੋਇਆ ਸਵੇਰੇ ਸਵੇਰੇ ਸਾਰਿਆਂ ਨੂੰ ਮੈਂ ਮੈਸੇਜ ਕਰਾਂ, ਆਹ ਕੰਮ ਕਰਾਂ, ਪਰ ਜਿਨ੍ਹਾਂ ਦੀ ਨਾ ਭਾਜੀ ਉਹ ਫਿਤਰਤ ਹੈਗੀ ਉਹ ਸੁਧਰ ਨਹੀਂ ਸਕਦੀ। ਮੈਂ ਤਾਂ ਸੱਚੀ ਗੱਲ ਕਹਿਣਾ, ਯੂ ਆਰ ਸੋ ਨਾਈਸ ਪਰਸਨ ਯਾਰ। ਮਜ਼ਾ ਆ ਜਾਂਦਾ ਇੱਕ ਵਾਰੀ ਪ੍ਰੋਗਰਾਮ ਸੁਣੀਦਾ, ਜਦੋਂ ਵੀ ਸੁਣੀਦਾ। ਐਤਵਾਰ ਘਰ ਹੁੰਦੇ ਆ, ਦੇਖੀਦਾ ਟੀਵੀ ਲਾ ਕੇ, ਪਰਿਵਾਰ ਬੈਠ ਕੇ ਦੇਖਦਾ ਭਾਜੀ। ਅਸੀਂ ਇੱਥੇ ਬੈਠੇ ਦੇਖਦੇ ਆ, ਜਦੋਂ ਵੀ ਦੇਖੀਦਾ ਕੰਨ ਨੂੰ ਫੋਨ ਲਾ ਦਈਦਾ ਭਾਜੀ ਪ੍ਰੋਗਰਾਮ ਦੇਖਣਾ ਯਾਰ।
ਜੀ ਜੀ ਅਰਸ਼ ਭਾਜੀ ਇਹ ਨਹੀਂ ਹੈਗਾ ਜੀ। ਕਿ ਆਪਾਂ ਕਿਸੇ ਦੀ ਤਾਰੀਫ ਕਰ ਰਹੇ, ਆਪਾਂ ਕਹਿੰਦੇ ਇੱਕ ਚੰਗੇ ਇਨਸਾਨ ਹੈ, ਯੂ ਆਰ ਸੋ ਨਾਈਸ ਐਂਡ ਨਾਈਕ ਪਰਸਨ ਹੈ ਭਾਜੀ, Thank you ਅਸੀਂ so ਪ੍ਰਾਊਡ ਕਰਦੇ ਤੁਹਾਨੂੰ ਬਹੁਤ ਜ਼ਿਆਦਾ। ਥੈਂਕ ਯੂ ਸੋ Thank you, ਮਚ ਜੀ, sir. ਥੈਂਕ ਯੂ ਜੀ ਜੌਲ ਸਾਹਿਬ, ਇਹ ਤੁਹਾਡੀ ਸਦਕਾ, ਸਾਡੀ ਟੀਮ ਦੀ ਸਦਕਾ ਜੀ, ਜੋ ਅਸੀਂ ਲੈ ਕੇ ਆਉਂਦੇ, ਬਹੁਤ ਮਾਣ ਵਾਲੀ ਗੱਲ ਹੈ। ਥੈਂਕ ਯੂ ਜੌਲ ਸਾਹਿਬ ਤੁਹਾਡਾ ਵੀ। ਹਾਂ ਨਹੀਂ ਬਹੁਤ ਮਿਹਰਬਾਨੀ। ਚਲੋ ਜੀ ਸਾਡੇ ਨੁਕਸ ਕਮੀਆਂ ਵੀ ਜ਼ਰੂਰ ਪੱਲੇ ਪਾਇਆ ਕਰੋ, ਉਹ ਵੀ ਹੁੰਦੀਆਂ ਰਹਿੰਦੀਆਂ ਹੋਣਗੀਆਂ ਜੀ। ਪਰ ਜੇ ਅਸੀਂ ਚਲੋ ਕੁਝ ਅੱਛਾ ਕਰ ਰਹੇ ਤੁਹਾਡੇ, ਸਾਡਾ ਮਤਲਬ ਤਾਂ ਇਹ ਆ ਵੀ ਤੁਹਾਡਾ ਇਹਨਾਂ ਜਾਣਕਾਰੀਆਂ ਦੇ ਨਾਲ ਜੀਵਨ ਆ ਕੈਨੇਡਾ 'ਚ ਜਿਹੜਾ ਉਹ ਸੌਖਾ ਹੋ ਜਾਏ, ਤੁਸੀਂ ਖੁਸ਼ ਰਹੋ। ਕਿਉਂਕਿ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਕਿਸੇ ਨੇ ਦੱਸਿਆ ਨਹੀਂ ਜੀ। ਹੁਣ ਤਾਂ 2 ਭਾਸ਼ਾਵਾਂ ਵਿੱਚ ਦੱਸਦੇ ਆ ਜੀ। ਹੁਣ ਵੀ ਕਿੰਨਾ ਜਾਣੀ ਕਿ ਸਾਨੂੰ ਮਲਾਲ ਆਉਂਦਾ ਜੇ ਕੋਈ ਭੈਣ ਭਰਾ ਫੇਰ ਵੀ ਕਵੇ ਸਾਨੂੰ ਫੋਨ ਕਰਕੇ ਵੀ ਮੈਨੂੰ ਪਤਾ ਨਹੀਂ ਲੱਗਾ। ਸੋ ਤਦ ਕਰਕੇ ਇਹ ਹੈ ਜੀ ਵੀ ਹੁਣ ਫੇਰ ਸਾਨੂੰ ਤਾਂ ਕੋਈ ਹੋਰ ਆਪਸ਼ਨ ਹੀ ਨਹੀਂ ਨਜ਼ਰ ਆਉਂਦੀ ਵੀ ਹੁਣ ਹੋਰ ਬਾਕੀ ਕੀ ਰਹਿ ਗਿਆ। ਫੋਨਾਂ ਤੋਂ ਵੱਧ ਮਿੰਟ ਤੇ ਜਾਣਕਾਰੀ ਭੇਜੀ ਜਾ ਰਹੀ ਆ ਤੇ ਹੁਣ ਪਤਾ ਲਾਉਣ ਲਈ ਭਾਈ ਹੋਰ ਕੀ ਕਰੀਏ, ਤੁਸੀਂ ਸਾਨੂੰ ਦੱਸ ਦਿਓ। ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੁਣ ਨਜ਼ਰ ਆਉਂਦਾ ਜੀ ਤੇ ਹੁਣ ਖੋਲ ਕੇ ਪੜ੍ਹਨਾ ਹੀ ਨਹੀਂ। ਬਾਕੀ ਇਹ ਹੈ ਜੀ ਵੀ ਪ੍ਰੋਗਰਾਮ ਇਹ ਬਹੁਤ ਵੱਡੀ ਅਪਰੋਚ ਹੈ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੀ, ਦੇਸ਼ ਵਿਦੇਸ਼ਾਂ ਦੇ ਵਿੱਚ ਇੰਟਰਨੈਟ ਦੇ ਮਾਧਿਅਮ ਦੇ ਨਾਲ। ਤਦੇ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ, ਇਹਨਾਂ ਜਾਣਕਾਰੀਆਂ ਨੂੰ ਅਸੀਂ ਉਹ ਸ਼ੇਪ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਬਿਲਕੁਲ, ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਹੋਣ ਭੈਣ ਭਰਾ, ਉਹਨਾਂ ਨੂੰ ਇਹਨਾਂ ਦਾ ਕੋਈ ਨਾ ਕੋਈ ਲਾਭ ਹੋ ਸਕੇ। ਜੌਲ ਸਾਹਿਬ ਲਾਸਟ ਕੁਐਸਚਨ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਕੋਵਿਡ ਇੱਕ ਐਕਚੁਅਲੀ ਕਾਫੀ ਵੱਡੀ ਖਬਰ ਹੈ ਜੀ। ਟੂ ਪ੍ਰੀਵੈਂਟ ਦ ਸਪਰੈਡ ਆਫ ਕੋਵਿਡ ਜੋ 19 ਚੱਲਦਾ, ਪੀਲ ਪੁਲਿਸ ਡਿਪਾਰਟਮੈਂਟ are closed for non-emergency services. Collision reporting ਕਹਿ ਰਿਹਾ ਕਿ are open. ਹੁਣ ਇਹ ਥੋੜਾ ਜਿਹਾ ਡੀਟੇਲ ਦੇ ਵਿੱਚ ਥੋੜਾ ਜਿਹਾ ਟਾਈਮ ਹੈਗਾ ਦੱਸਿਆ ਜਾਵੇ ਕਿ what are non-emergency services? ਦੇਖੋ ਜੀ ਇਸ ਤਰ੍ਹਾਂ ਵੀ ਇਹ ਪੀਲ ਪੁਲਿਸ ਨੇ ਜਿਹੜੇ ਨੇ ਵੀ ਇਹਨਾਂ ਨੇ ਵੀ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਉਹ ਗੱਲ ਹੋਈ ਆ ਯੂ ਟਰਨ ਵਾਲੀ ਵੀ ਪਹਿਲਾਂ ਵੀ ਇਹ ਬੰਦੇ ਹੀ ਸੀਗੇ। ਹੁਣ ਤੋਂ 2 ਮਹੀਨੇ ਖੁੱਲੇ ਰਹੇ ਆ ਤੇ ਹੁਣ ਆ ਗਿਆ ਜੀ ਓਮੀਕਰੋਨ, ਹੁਣ ਫੇਰ ਬੰਦ ਹੋ ਗਏ ਆ। ਅੱਛਾ, ਉਹ ਕਹਿੰਦੇ ਜੀ ਵੀ ਜਿਹੜਾ ਇਹਦਾ ਸਪਰੈਡ ਜਿਹੜਾ ਰੋਕਣ ਲਈ ਨਾ ਬਚਾਓ ਵਾਸਤੇ ਇਹ ਬੰਦ ਕੀਤੀਆਂ ਸਾਰੀਆਂ ਹੀ ਮਿਸਿਸਾਗਾ ਦੇ ਵਿੱਚ ਪੀਲ ਪੁਲਿਸ ਦੀਆਂ ਜਿਹੜੀਆਂ ਡਿਵੀਜ਼ਨਸ ਹੈਗੀਆਂ ਜੀ, ਥਾਣੇ ਹੈਗੇ ਆ। ਅੱਛਾ, ਉਹਦੇ ਵਿੱਚ ਹੁਣ ਇਹ ਆ ਜੀ ਵੀ ਜਿਹੜਾ ਨੋਨ ਅਸੈਂਸ਼ੀਅਲ ਦੇ ਵਿੱਚ ਆ ਜਾਂਦਾ, ਕਿਸੇ ਨੇ ਕੋਈ ਆ ਹੁੰਦਾ ਨਾ ਵੀ ਮੈਂ ਜੋਬ ਲੈਣੀ ਆ ਜੀ, ਉਹਦੇ ਵਾਸਤੇ ਮੈਨੂੰ ਪੁਲਿਸ ਕਲੀਅਰੈਂਸ ਦੀ ਲੋੜ ਆ, ਫਿੰਗਰਪ੍ਰਿੰਟ ਕਰਾਉਣੇ ਆ, ਇਹ ਨੋਨ ਅਸੈਂਸ਼ੀਅਲ ਆ। ਸੋ ਏਦਾਂ ਕਰਕੇ ਵੀ ਜਾਣੀ ਕੋਈ ਤੁਸੀਂ ਕੋਈ ਤੁਹਾਡੀ ਚੀਜ਼ ਚੋਰੀ ਹੋ ਗਈ ਆ, ਮੈਂ ਰਿਪੋਰਟ ਕਰਾਉਣੀ ਆ ਉੱਥੇ ਥਾਣੇ ਜਾ ਕੇ, ਉਹ ਕਹਿੰਦੇ ਕਰਾਉਣ ਦੀ ਲੋੜ ਨਹੀਂ, ਨੋਨ ਅਸੈਂਸ਼ੀਅਲ, ਇਹਨੂੰ ਆਨਲਾਈਨ ਕਰ ਦਿਓ ਜੀ। ਇਹਦੇ ਨਾਲ ਲੇਕਿਨ ਕਿ ਜਿਹੜਾ ਕੋਲੀਜਨ ਰਿਪੋਰਟਿੰਗ ਆ ਜਾਣੀ ਉਹ ਅਸੈਂਸ਼ੀਅਲ ਆ ਵੀ ਹੋਣੀ ਚਾਹੀਦੀ ਆ, ਉਹ ਸੈਂਟਰ ਫਿਰ ਖੁੱਲੇ ਆ, ਉੱਥੇ ਜਿਹੜੀਆਂ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਦੇ ਨਾਲ ਜਾਣੀ ਕਿ ਰਿਪੋਰਟ ਕੀਤਾ ਜਾ ਸਕਦਾ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਕਿਸੇ ਵੀ ਤਰੀਕੇ ਦੇ ਨਾਲ ਜੇ ਪੀਲ ਪੁਲਿਸ ਦੇ ਨਾਲ ਉੱਥੇ ਥਾਣੇ ਜਾਣ ਦੀ ਲੋੜ ਮਹਿਸੂਸ ਹੋਵੇ ਤੇ ਪਹਿਲਾਂ ਇਹੀ ਆ ਵੀ ਉੱਥੇ ਫੋਨ ਕਰ ਲਿਆ ਜਾਵੇ 905 453 3311 ਤੇ, ਤਾਂ ਕਿ ਉਹ ਗਾਈਡ ਕਰ ਸਕਣ ਵੀ ਤੁਹਾਡੇ ਆਉਣ ਦੀ ਲੋੜ ਹੈ ਕਿ ਨਹੀਂ। ਜੇ ਆਉਣ ਦੀ ਲੋੜ ਆ ਤੇ ਫਲਾਣੇ ਸਮੇਂ ਤੇ ਆ ਜਾਓ, ਨਹੀਂ ਲੋੜ ਤੇ ਫਿਰ ਤੁਸੀਂ ਏਦਾਂ ਕਰ ਲਓ, ਤੁਹਾਨੂੰ ਐਡਵਾਈਜ਼ ਕਰ ਸਕਦੇ ਨੇ। ਸੋ ਮਿਸਿਸਾਗਾ ਬਰੈਂਪਟਨ ਦੇ ਵਿੱਚ ਸਾਰੀਆਂ ਹੀ ਨੋਨ ਐਮਰਜੈਂਸੀ ਸਰਵਿਸਿਜ਼ ਲਈ ਪੀਲ ਪੁਲਿਸ ਦੇ ਸਾਰੇ ਥਾਣੇ ਹਾਲ ਦੀ ਘੜੀ ਬੰਦ ਨੇ। ਜੌਲ ਸਾਹਿਬ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ, ਹੱਥਾਂ ਦੇ ਮੋਬਾਈਲ ਤੇ ਤੁਹਾਡੇ ਸਵੇਰੇ ਨਿਊਜ਼ ਪਹੁੰਚ ਜਾਂਦੀਆਂ ਨੇ, ਤੁਸੀਂ WhatsApp ਦੇ ਵਿੱਚ ਜੌਲ ਸਾਹਿਬ ਨੂੰ ਐਡ ਕਰ ਸਕਦੇ ਹੋ। 4168953784 4168953784 ਤੇ ਜੌਲ ਸਾਹਿਬ ਦੇ ਨਾਲ ਵਿਊਜ਼, ਗੱਲਾਂ ਬਾਤਾਂ, ਵੀਡੀਓਜ਼ ਐਂਡ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਫਿਰ ਤੋਂ 4168953784। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।